ਅਮੀ ਜੀ ਬਹੁਤ ਜ਼ਿਆਦਾ ਤੁਹਾਡੇ ਧੀਆਂ ਪੁੱਤਰ ਆ ਜਿਨ੍ਹਾਂ ਦੇ ਮੈਸੇजेस ਆਉਂਦੇ ਆ ਕਿ ਮਾਂ ਜੀ ਸਾਡੀ ਔਲਾਦ ਜਿਹੜੀ ਆ ਨਾ ਸਾਡੇ ਕਹਿਣੇ ਕਾਰ ਨਹੀਂ ਹੈਗੀ, ਹਾਂਜੀ ਬਦਤਮੀਜ਼ੀ ਕਰਦੀ ਆ ਹਾਂਜੀ ਔਰ ਸਹੀ ਲਹਿਜੇ ਨਾਲ ਗੱਲ ਨਹੀਂ ਕਰਦੇ ਹੈਗੇ, ਗੱਲ ਮੰਨਦੇ ਨਹੀਂ ਹੈਗੇ। ਹਾਂਜੀ ਇੱਕ ਵਾਰੀ ਬੁਲਾਓ ਨਹੀਂ ਬੋਲਦੇ, 10 ਵਾਰੀ ਬੁਲਾਉਣਾ ਪੈਂਦਾ ਆ। ਹਾਂਜੀ ਨਮਾਜ਼ ਨਹੀਂ ਪੜ੍ਹਦੇ, ਕੁਰਾਨੇ ਪਾਕ ਨਹੀਂ ਪੜ੍ਹਦੇ ਹੈਗੇ, ਸਾਡਾ ਅਦਬ ਨਹੀਂ ਕਰਦੇ ਹੈਗੇ। ਹਾਂਜੀ ਤੇ ਸਾਨੂੰ ਕੋਈ ਐਸਾ ਤਰੀਕੇਕਾਰ ਦੱਸੋ ਕਿ ਸਾਡੀ ਔਲਾਦ ਸਾਡੇ ਕਹਿਣੇ ਕਾਰ ਹੋ ਜਾਵੇ। ਅਸੀਂ ਮਿਹਨਤ ਨਾਲ ਪੈਸਾ ਕਮਾਉਂਦੇ ਆ, ਇਹਨਾਂ ਨੂੰ ਪੜ੍ਹਾਉਂਦੇ ਆ, ਲਿਖਾਉਂਦੇ ਆ, ਚੰਗੇ ਸਕੂਲਾਂ 'ਚ ਵੀ ਪਾਉਂਦੇ ਆ, ਹਾਂਜੀ ਚੰਗੀਆਂ ਚੰਗੀਆਂ ਯੂਨੀਵਰਸਿਟੀਆਂ 'ਚ ਇਹਨਾਂ ਨੂੰ ਤਾਲੀਮ ਦਿਲਵਾਉਂਦੇ ਆ। ਹਾਂਜੀ ਜ਼ਿੰਦਗੀਆਂ ਸਾਡੀਆਂ ਖਤਮ ਹੋ ਚਲੀਆਂ, ਹਾਂਜੀ ਲੇਕਿਨ ਸਾਡੇ ਬੱਚੇ ਨਾ ਸਾਡੇ ਨਾਫਰਮਾਨ ਹੋਏ ਆ। ਉੱਤੇ ਪਹਿਲੇ ਗੱਲ ਤਾਂ ਇਹ ਆ ਕਿ ਜਿਹੜੇ ਮਾਂ ਬਾਪ ਆ ਨਾ, ਬੱਚੇ ਦੇ ਮਾਂ ਬਾਪ ਆ, ਜੀ ਅਮੀ ਉਹ ਜੀ, ਆਪਣੇ ਮਾਂ ਬਾਪ ਦਾ ਕਦਰ ਕਰਨ ਕਿ ਪੁੱਤ ਤੂੰ ਨਹੀਂ ਹੈਗਾ, ਜੀ ਅਮੀ ਜੀ, ਜੇ ਮੈਂ ਆਉਂਦੀ ਆ ਨਾ ਤੂੰ ਫੌਰਨ ਉੱਠ ਕੇ ਨੱਠਣਾ, ਵੇ ਮਾਂ ਦੀ ਮੈਂ ਜੁੱਤੀ ਪਾਵਾਂ, ਕਿਤੇ ਮੇਰੀ ਮਾਂ ਡਿੱਗ ਨਾ ਪਵੇ, ਮਾਂ ਜੀ ਪਾਣੀ ਪੀਣਾ, ਮਾਂ ਜੀ ਰੋਟੀ ਖਾਣੀ ਆ। ਤੇ ਉਹ ਬੱਚੇ ਜਿਹੜੇ ਤੀਰੇ ਬੱਚੇ ਆ, ਅੱਲਾ ਜਾਣਦਾ ਉਹ ਇੰਨਾ ਖਿਆਲ ਕਰਦੇ। ਇੱਕ ਬੱਚਾ ਕਹਿੰਦਾ ਮੈਂ ਜੁੱਤੀ ਪਾਉਣੀ ਆ, ਦੂਸਰਾ ਕਹਿੰਦਾ ਮੈਂ ਉਹ ਪਾਉਣੀ। ਲੜ ਪੈਂਦੇ ਆਪਸ 'ਚ। ਫਿਰ ਤੂੰ ਆਉਣਾ ਆ ਪੁੱਤ, ਆ ਕੇ ਮੇਰੀਆਂ ਬਾਹਾਂ ਘੁੱਟਣ ਲੱਗ ਪੈਣਾ ਆ, ਮੇਰੇ ਪੈਰ ਘੁੱਟਣ ਲੱਗ ਪੈਣਾ ਆ। ਜੀ ਜੀ, ਉਹ ਬੱਚੇ ਆ ਤੇਰੇ, ਉਹ ਕਹਿੰਦਾ ਮੈਂ ਆ ਪੈਰ ਮੇਰਾ ਆ, ਮੈਂ ਅੰਮੀ ਦਾ ਪੈਰ ਘੁੱਟਣਾ, ਉਹ ਦੂਸਰਾ ਕਹੂਗਾ ਮੈਂ ਘੁੱਟਣਾ। ਉਹ ਤੇ ਆਪਣੇ ਬੱਚਿਆਂ ਨੂੰ ਜੇ ਤੁਸੀਂ ਸੁੱਖ ਦੇਖਣਾ ਚਾਹੁੰਦੇ ਆ ਤਾਂ ਆਪਣੇ ਮਾਂ-ਬਾਪ ਦਾ ਅਦਬ ਕਰੋ। ਬਿਲਕੁਲ ਮਾਂ ਜੀ ਦੀ ਗੱਲ ਸਹੀ ਹੈ। ਮੈਂ ਨਾ ਤੁਹਾਨੂੰ ਆਪਣੇ ਘਰ ਦੀ ਮਿਸਾਲ ਦਿੰਦਾ ਕਿ ਜਦੋਂ ਮਾਂ ਜੀ ਨੇ ਆਵਾਜ਼ ਮਾਰੀ ਹੈ ਨਾ, ਤੇ ਮੈਂ ਤੁਹਾਡੀ ਭਰਜਾਈ ਨੂੰ ਨਹੀਂ ਕਹਿਣਾ ਹੈਗਾ, ਮੈਂ ਦਵਾ ਦਵਾ ਆਪ ਉੱਠ ਕੇ ਭੱਜਣਾ। ਉਹ ਹਾਂਜੀ ਜਦੋਂ ਅਗਰ ਮਾਂ ਜੀ ਨੇ ਜੁੱਤੀ ਕਿਹਾ ਪੁੱਤਰ ਜੁੱਤੀ ਕਿੱਥੇ ਆ, ਤਾਂ ਮੈਂ ਦਵਾ ਦਵਾ ਪੈਰਾਂ 'ਚ ਪਾਣੀ ਸ਼ੁਰੂ ਕਰ ਦੇਣੀ। ਉਹ ਉਹੀ ਰੂਟੀਨ ਆ ਕਿ ਬੱਚੇ ਮੇਰੇ ਨਾ ਉਹ ਭੱਜ ਕੇ ਆਪਸ 'ਚ ਲੜ ਪੈਂਦੇ ਆ, ਇੱਕ ਦੂਸਰੇ ਦੇ ਚਪੇੜਾਂ ਮਾਰ, ਇੱਕ ਦੂਸਰੇ ਨਾਲ ਲੜਨ ਭਿੜਨ ਲੱਗ ਜਾਂਦੇ ਆ। ਉਹ ਫਿਰ ਉਹ ਬੜਾ ਅੱਛਾ ਵੀ ਲੱਗਦਾ ਕਿ ਮਾਂ ਜੀ ਦਾ ਕੰਮ ਕਰਨੇ ਵਾਸਤੇ ਉਹ ਕਹਿੰਦਾ ਮੈਂ ਮਾਂ ਜੀ ਦੀ ਜੁੱਤੀ ਪਾਣੀ, ਫਿਰ ਉਹਨਾਂ ਨੂੰ ਕਹੀਦਾ ਚੱਲ ਇੱਕ ਪੈਰ ਤੂੰ ਪਾ ਲੈ, ਕਿ ਤੂੰ ਪਾ ਲੈ। ਤੇ ਗੱਲ ਇਹ ਆ ਕਿ ਰੂਟੀਨ ਆਪ ਬਣਾਉਣੀ ਪੈਂਦੀ ਆ। ਬੱਚੇ ਤੇ ਦੇਖਦੇ ਆ ਜੋ ਉਹੀ ਸਿੱਖਦੇ ਆ। ਅਗਰ ਤੁਸੀਂ ਘਰ ਦੇ ਵਿੱਚ ਨਾ ਇੱਕ ਮਾਂ-ਬਾਪ ਦੀ ਇੱਜ਼ਤ ਕਰੋਗੇ ਹਾਂਜੀ ਤੇ ਹਾਂਜੀ ਤੁਹਾਡੇ ਬੱਚੇ ਵੀ ਤੁਹਾਡੀ ਇੱਜ਼ਤ ਕਰੂਗੇ। ਹਾਂਜੀ ਅਗਰ ਤੁਹਾਡਾ ਮਾਂ-ਬਾਪ ਤੁਹਾਨੂੰ ਬੁਲਾਉਂਦਾ, ਤੁਸੀਂ ਕਹਿੰਦੇ ਹੋ ਬਹਿ ਜਾ ਅੱਬਾ ਆਰਾਮ ਨਾਲ, ਉਹ ਚੁੱਪ ਵੀ ਕਰ ਜਾ ਕਰ ਕਦੀ, ਹਾਂਜੀ ਤੇ ਬੱਚਿਆਂ ਨੇ ਵੀ ਤੁਹਾਨੂੰ ਉਦਾਂ ਹੀ ਬੁਲਾਉਣਾ ਆ। ਉਦਾਂ ਹੀ ਬੁਲਾਉਣਾ। ਪਹਿਲੇ ਵਕਤਾਂ 'ਚ ਅੰਮੀ ਜੀ ਕੀ ਹੁੰਦਾ ਸੀਗਾ, ਹਾਂਜੀ ਸਿਆਣਾ ਘਰ ਆਣਾ ਹਾਂਜੀ ਤੇ ਔਰਤਾਂ ਨੇ ਦੁਪੱਟੇ ਦਵਾ ਦਵ ਲੈਣੇ, ਬਾਬਾ ਜੀ ਆ ਗਏ, ਹਾਂਜੀ ਹਾਂਜੀ ਬਜ਼ੁਰਗ ਆ ਗਏ ਆ। ਤੇ ਸਾਡੀ ਦਾਦੀ ਜੀ ਅੱਲਾਹ ਤਾਲਾ ਉਹਨਾਂ ਨੂੰ ਜੰਨਤ ਅਲ ਫਿਰਦੌਸ ਆਲਾ ਮਕਾਮ ਅਤਾ ਫਰਮਾਵੇ। ਹਾਂਜੀ ਤੇ ਦਾਦਾ ਜੀ ਨਾ ਸਾਡੇ ਬੜੇ ਗੁੱਸੇ ਵਾਲੇ ਹੁੰਦੇ ਸੀਗੇ, ਸਿਰਫ ਘਰਦਿਆਂ ਦੀ ਹੱਦ ਤੱਕ, ਬਾਕੀਆਂ ਨਾਲ ਨਹੀਂ। ਤੇ ਉਹਨਾਂ ਨੇ ਨਾ ਲੱਤ ਤੇ ਸੱਟ ਲੱਗ ਗਈ ਤੇ ਹਾਂਜੀ ਮੰਜੇ ਤੇ ਬੈਠੇ ਹੋਣਾ, ਤੇ ਉੱਥੇ ਹੀ ਦਾਦੀ ਨੇ ਨਾ ਹੁੱਕਾ ਧਰ ਕੇ ਦੇਣਾ, ਹਾਂ, ਤੇ ਦਾਦੀ ਜੀ ਨੇ ਨਾ ਦਾਦਾ ਜੀ ਦੇ ਪੈਂਤਾਂ 'ਚ ਬੈਠ ਜਾਣਾ, ਅੱਛਾ ਜੀ ਤੇ ਦਾਦਾ ਜੀ ਨੇ ਨਾਲੇ ਹੁੱਕਾ ਪੀ ਜਾਣਾ ਤੇ ਨਾਲੇ ਦਾਦੀ ਨੂੰ ਗਾਲਾਂ ਕੱਢੀ ਜਾਣੀਆਂ। ਉਹ ਤੇਰੇ ਪਿਓ ਨੇ ਮੇਰੇ ਪੱਲੇ ਪਾਤਾ, ਗਾਲ ਗੰਦੀ ਕੋਈ ਨਹੀਂ ਕੱਢਣੀ। ਤੇ ਦਾਦੀ ਜੀ ਨੇ ਨਾ ਚੁੱਪ ਕੀਤੀ ਰਹਿਣਾ, ਚੁੱਪ ਕੀਤੀ ਰਹਿਣਾ। ਜਦੋਂ ਦਾਦਾ ਜੀ ਨੇ ਚੁੱਪ ਕਰ ਜਾਣਾ ਨਾ, ਖਾਮੋਸ਼ ਹੋ ਜਾਣਾ, ਤੇ ਦਾਦੀ ਨੇ ਕਹਿਣਾ ਬਸ ਚੋਰੀ ਥੱਕ ਗਿਆ। ਦਾਦਾ ਜੀ ਨੇ ਫਿਰ ਤੇਰੀ ਐਸੀ ਦੀ ਤੈਸੀ। ਦੇਖੋ ਉਹ ਚੀਜ਼ਾਂ ਕਿ ਸਾਡੇ ਮਾਂ-ਬਾਪ ਸਾਡੇ ਵੱਡਿਆਂ ਦੀ ਕਦਰ ਕਰਦੇ ਸੀ। ਅਸੀਂ ਵੀ ਕੋਸ਼ਿਸ਼ ਕਰੀਦੀ ਹੈ ਕਿ ਆਪਣੇ ਮਾਂ-ਬਾਪ ਦੀ ਇੱਜ਼ਤ ਕਰੀਏ। ਤੇ ਵੱਡਾ ਸਿਆਣਾ ਘਰ ਆਂਦਾ ਆ ਨਾ, ਤੇ ਉਤੋਂ ਡਰ ਜਿਆ ਕਰੋ। ਡਰਨਾ ਨਹੀਂ ਹੁੰਦਾ ਹੈ ਤੇ ਇੱਜ਼ਤ ਹੁੰਦੀ ਹੈ। ਮੈਂ ਡਰਨਾ ਕਾਹਦਾ, ਇਹਤਰਾਮ ਹੁੰਦਾ ਹੈ। ਇਹਤਰਾਮ ਹੁੰਦਾ। ਜਿਹੜੇ ਦਾਦਾ ਆਵੇ ਜਾਂ ਦਾਦੀ ਆਵੇ, ਨੱਠ ਕੇ ਆਪਣੇ ਬੱਚੇ ਜਿਹੜੇ ਉਹ ਨੱਠ ਕੇ ਆਪਣੇ ਮਾਂ-ਬਾਪ ਕੋਲ ਜਾਣ। ਉਹ ਬੱਚੇ ਜਿਹੜੇ ਗਾਂ ਪੋਤੇ ਪੋਤੀਆਂ ਉਹ ਵੀ ਇਹੋ ਹੀ ਕੰਮ ਕਰੂਗੇ। ਬਿਲਕੁਲ ਜੀ, ਇਹੀ ਗੱਲ ਹੈ ਜੀ। ਅੱਲਾਹ ਪਾਕ ਸਾਰਿਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ, ਹੱਸਦੇ ਵਸਦੇ ਰਹੋ, ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।